ਅ, ਹਾਂਜੀ ਵਾਹਿਗੁਰੂ ਜੀ, ਮੈਨੂੰ ਨਾ ਮਤਲਬ 3-4 ਵਾਰੀ ਪਹਿਲਾਂ ਮਤਲਬ ਇਸ ਤਰ੍ਹਾਂ ਹੋਇਆ ਕਿ ਜਿਸ ਵੇਲੇ ਮੈਂ ਸਵੇਰੇ ਉੱਠਣੀ ਆ ਨਾ, ਤੇ ਮੇਰੀ ਇੱਕ ਪਹਿਲਾਂ ਇਸ ਤਰ੍ਹਾਂ ਹੁੰਦਾ ਸੀ, ਇੱਕ ਕੰਨ ਵਿੱਚ ਚੌਪਈ ਸਾਹਿਬ ਦਾ ਪਾਠ ਚੱਲ ਰਿਹਾ ਹੁੰਦਾ ਸੀ ਤੇ ਇੱਕ ਕੰਨ ਵਿੱਚ ਵਾਹਿਗੁਰੂ ਦਾ ਸਿਮਰਨ ਚੱਲ ਰਿਹਾ ਹੁੰਦਾ ਸੀ। ਤੇ ਉਸ ਤੋਂ ਹਮ ਬਾਅਦ ਮੈਂ ਉੱਠਣ ਤੋਂ ਬਾਅਦ ਉਹਨੂੰ ਲੇਟੇ ਲੇਟੇ ਹੀ ਪਹਿਲਾਂ ਧਿਆਨ ਨਾਲ ਸੁਣਦੀ ਸੀ, ਫਿਰ ਉੱਠਦੀ ਸੀ। ਤੇ ਹਮ ਫਿਰ ਮੈਨੂੰ 10-12 ਦਿਨ ਦੇ ਬਾਅਦ ਫਿਰ ਇੱਕ ਦਿਨ ਮੈਂ ਜਿਸ ਤਰ੍ਹਾਂ ਸੋ ਕੇ, ਜਿਸ ਤਰ੍ਹਾਂ ਹੀ ਸਵੇਰੇ ਮੇਰੀ ਨੀਂਦ ਖੁੱਲੀ 5:30-6 ਵਜੇ ਦਾ ਟਾਈਮ ਸੀ, ਤੇ ਅੰਦਰ ਚੌਪਈ ਸਾਹਿਬ ਜੀ ਦਾ ਪਾਠ ਚੱਲ ਰਿਹਾ ਸੀ। ਤੇ ਮੈਂ ਕਿਹਾ ਹੁਣ ਹਮ ਪਹਿਲਾਂ ਪਾਠ ਕੰਪਲੀਟ ਹੋ ਜਾਏ, ਉਸ ਤੋਂ ਬਾਅਦ ਮੈਂ ਉੱਠਾਂਗੀ। ਮੈਂ ਅੱਖਾਂ ਬੰਦ ਹੀ ਰੱਖੀਆਂ ਤੇ ਫਿਰ ਮੈਂ ਉੱਠੀ। ਫਿਰ ਮੇਰੇ ਨਾਲ ਜਿਸ ਵੇਲੇ 3-4 ਵਾਰੀ ਇਸ ਤਰ੍ਹਾਂ ਹੋਇਆ, ਤੇ ਫਿਰ ਮੈਂ ਭਾਈ ਸਾਹਿਬ ਨਾਲ ਗੱਲ ਕੀਤੀ, ਭਾਈ ਧਰਮਜੀਤ ਵੀਰ ਜੀ ਨਾਲ ਗੱਲ ਕੀਤੀ, ਤੇ ਉਹਨਾਂ ਨੇ ਫਿਰ ਮੈਨੂੰ ਇਹੀ ਕਿਹਾ, ਕਹਿੰਦੇ ਨੇ ਕਿ ਗੁਰਮੁਖੋ ਪਹਿਲਾਂ ਤੁਸੀਂ ਚੌਪਈ ਸਾਹਿਬ ਜੀ ਦੇ ਪਾਠ ਜ਼ਿਆਦਾ ਕਰਦੇ ਹੁੰਦੇ ਸੀ? ਤੇ ਮੈਂ ਕਿਹਾ ਹਾਂਜੀ, ਪਹਿਲਾਂ ਮੈਂ ਚੌਪਈ ਸਾਹਿਬ ਜੀ ਦੇ ਪਾਠ ਬਹੁਤ ਜ਼ਿਆਦਾ ਕਰਦੀ ਸੀ। ਤੇ ਫਿਰ ਕਹਿਣ ਲੱਗੇ ਠੀਕ ਹੈ ਜੀ। ਤੇ ਇਹ ਹੁਣ ਹਾਲੀ ਮੈਨੂੰ ਪਰਸੋਂ ਦੇ ਦਿਨ ਫਿਰ ਮੈਂ ਮਤਲਬ ਜਿਸ ਵੇਲੇ ਸਵੇਰੇ ਦੇ ਟਾਈਮ ਤੇ ਮੈਂ ਸੋ ਕੇ ਉੱਠੀ, ਤੇ ਉਹ ਚੌਪਈ ਸਾਹਿਬ ਦਾ ਪਾਠ ਚੱਲ ਰਿਹਾ ਸੀ। ਤੇ ਬਸ ਮੈਂ ਉੱਠਣ ਹੀ ਲੱਗੀ ਸੀ, ਤੇ ਉਹ ਪਾਠ ਹਾਲੀ ਅਧੂਰਾ ਸੀ, ਚੌਪਈ ਸਾਹਿਬ ਕੰਪਲੀਟ ਨਹੀਂ ਹੋਇਆ ਸੀ। ਤੇ ਫਿਰ ਮੈਂ ਅੱਖਾਂ ਬੰਦ ਕਰਕੇ ਲੇਟੀ ਰਹੀ। ਜਿਸ ਵੇਲੇ ਉਹ ਪਾਠ ਅੰਦਰ ਪੂਰਾ ਕੰਪਲੀਟ ਹੋ ਗਿਆ, ਫਿਰ ਮੈਂ ਉੱਠੀ। ਤੇ ਫਿਰ ਮੈਨੂੰ ਇਹ ਭੈਣ ਜੀ ਜਿਹੜੇ ਆਪਣੇ ਵਿਜੇ ਲక్ష్ਮੀ ਭੈਣ ਜੀ, ਇਹਨਾਂ ਦੇ ਨਾਲ ਮੇਰੀ ਕੰਟੈਕਟ ਹੋਈ ਸੀ ਵਾਇਸ ਮੈਸੇਜ ਦੇ ਥਰੂ। ਤੇ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਕੋਈ ਭੇਟਾਂ ਮਤਲਬ ਉਹਨਾਂ ਨੂੰ ਦੇਣੀਆਂ ਹੈ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ, ਭੇਟਾਂ ਪਾਠ ਦੀਆਂ ਜਾਂ ਸਿਮਰਨ, ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ। ਤੇ ਬਸ ਉਹਨਾਂ ਨੇ ਜਿਸ ਦਿਨ ਇੱਕ ਦਿਨ ਪਹਿਲਾਂ ਮੈਨੂੰ ਆਖਿਆ ਸੀ, ਉਸੇ ਦਿਨ ਮੈਨੂੰ ਰਾਤੀ ਇਹ ਫਿਰ ਸੁਪਨਾ ਆ ਗਿਆ ਚੌਪਈ ਸਾਹਿਬ ਜੀ ਦਾ। ਤੇ ਫਿਰ ਮੈਂ ਦੂਸਰੇ ਦਿਨ ਉਹਨਾਂ ਦੇ ਨਾਲ ਫਿਰ ਇਹੀ ਗੱਲ ਕੀਤੀ। ਮੈਂ ਕਿਹਾ ਇਸ ਤਰ੍ਹਾਂ ਮੈਂ ਮੈਨੂੰ ਸਵੇਰੇ ਉੱਠੀ ਹਾਂ ਤੇ ਚੌਪਈ ਸਾਹਿਬ ਦਾ ਪਾਠ ਚੱਲ ਰਿਹਾ ਸੀ। ਤੇ ਫਿਰ ਉਹਨਾਂ ਨੇ ਮੈਨੂੰ ਆਖਿਆ ਬਸ ਫਿਰ ਪਰਮਾਤਮਾ ਨੇ ਤਾਂ ਤੁਹਾਨੂੰ ਆਪੇ ਹੀ ਜਤਾ ਦਿੱਤਾ ਤੇ ਤੁਸੀਂ ਚੌਪਈ ਸਾਹਿਬ ਦੇ ਹੀ ਪਾਠ ਕਰਨੇ ਹੈ। ਤੇ ਉਹਨਾਂ ਨੇ ਮਤਲਬ ਮੈਨੂੰ ਕੱਲ ਦਿੱਤੇ ਸੀ ਚੌਪਈ ਸਾਹਿਬ ਜੀ ਦੇ ਪਾਠ 31 ਕੇ ਸੀ। ਤੇ ਫਿਰ ਮੈਂ 31 ਪਾਠ ਕਰਕੇ ਫਿਰ ਰਾਤੀ ਉਹਨਾਂ ਨੇ ਅਰਦਾਸ ਵੀ ਕਰ ਦਿੱਤੀ ਸੀ ਪਾਠ ਦੀ। ਤੇ ਇਹ ਬਾਰ-ਬਾਰ ਜਿਹੜਾ ਚੌਪਈ ਸਾਹਿਬ ਜਿਹੜੇ ਪਾਠ ਦਾ ਹਮੇਸ਼ਾ ਸਪਨਾ ਆਉਂਦਾ ਹੈ ਤੇ ਇੱਕ ਅਰਦਾਸ ਦਾ ਆਉਂਦਾ ਹੈ, ਇਹਦਾ ਮਤਲਬ ਕੀ ਮਤਲਬ ਹੋ ਸਕਦਾ ਹੈ? ਇਹ ਮਤਲਬ ਜਿਸ ਤਰ੍ਹਾਂ ਹੁਣ ਸਾਰੇ ਕਹਿੰਦੇ ਕਿ ਤੁਸੀਂ ਸਿਮਰਨ ਨਾਲ ਜ਼ਿਆਦਾ ਜੁੜੋ, ਪਾਠ ਤੋਂ ਜ਼ਿਆਦਾ ਸਿਮਰਨ ਦੇ ਨਾਲ ਸਿਮਰਨ ਜ਼ਿਆਦਾ ਕਰਨਾ ਹੈ। ਪਰ ਮੈਨੂੰ ਹਮੇਸ਼ਾ ਮਤਲਬ ਜਿਸ ਤਰ੍ਹਾਂ ਵੀ ਸਪਨਾ ਆਉਂਦਾ ਹੈ ਤਾਂ ਮੈਨੂੰ ਚੌਪਈ ਸਾਹਿਬ ਜੀ ਦੇ ਪਾਠ ਦਾ ਹੀ ਆਉਂਦਾ ਹੈ, ਜਾਂ ਅਰਦਾਸ ਜਾਂ ਪਾਠ, ਜਾਂ ਅਰਦਾਸ ਜਾਂ ਪਾਠ, ਇਹ ਦੋ ਚਲਦੀਆਂ ਨੇ। ਤੇ ਵਾਹਿਗੁਰੂ ਦੇਖੋ ਜੀ ਵਾਹਿਗੁਰੂ, ਇਹਦਾ। ਹਾਂਜੀ ਤੁਸੀਂ ਦੇਖੋ ਕਿ ਸਾਰਾ ਧਿਆਨ ਦਾ ਖੇਡ ਹੈ ਨਾ। ਜਿਸ ਚੀਜ਼ ਨੂੰ ਹਾਂਜੀ ਆਪਾਂ ਪੂਰੇ ਧਿਆਨ ਨਾਲ ਮਨ ਨੂੰ ਹਾਜ਼ਰ ਰੱਖ ਕੇ ਕਰ ਲੈਂਦੇ ਹਾਂ ਨਾ, ਉਹ ਸਾਡੀ ਸੁਰਤੀ ਵਿੱਚ ਚੱਲੇਗਾ ਹੀ ਚੱਲੇਗਾ। ਕਿਸੇ ਵੀ ਗੁਰਮੁਖ ਨੂੰ ਵੀ ਆਪਾਂ ਪੂਰੀ ਨਿਗਾਹ ਭਰ ਕੇ ਦੇਖ ਲੈਂਦੇ ਹਾਂ ਨਾ, ਤੇ ਉਹਦੇ ਸਾਨੂੰ ਫੁਰਨੇ ਆਉਂਦੇ ਹੀ ਆਉਂਦੇ ਨੇ। ਕੋਈ ਵੀ ਚੀਜ਼ ਹੈ ਸਾਨੂੰ ਚੰਗੀ ਲੱਗਦੀ ਹੈ, ਕਿਉਂਕਿ ਸਾਰਾ ਆਪਾਂ ਧਿਆਨ ਦੀ ਗੱਲ ਕਰਦੇ ਹਾਂ। ਇਹ ਮਨ ਜਿਹੜੀ ਸੁਰਤੀ ਹੈ, ਇਹਨੂੰ ਵੀ ਧਿਆਨ ਆਖਿਆ। ਹੁਣ ਧਿਆਨ ਨਾਲ ਜਦੋਂ ਤੁਸੀਂ ਪਾਠ ਕਰ ਲਏ, ਗੁਰਬਾਣੀ ਪੜ੍ਹ ਲਈ, ਕੋਈ ਵੀ ਸ਼ਬਦ ਲੈ ਲਓ ਗੁਰਬਾਣੀ ਦਾ, ਜਿਸ ਚੀਜ਼ ਨੂੰ ਤੁਸੀਂ ਬਾਰ-ਬਾਰ ਰਿਪੀਟ ਕਰ ਰਹੇ ਹੋ, ਫਿਰ ਤੁਹਾਡੀ ਸੁਰਤੀ ਵਿੱਚ ਉਹ ਵਸ ਜਾਂਦੀ ਹੈ ਨਾ। ਜਿਵੇਂ ਪਰਿਵਾਰ ਦੇ ਹਾਂਜੀ ਮੈਂਬਰ ਵੀ ਸਾਡੀ ਸੁਰਤੀ 'ਚ ਵਸੇ ਹੁੰਦੇ ਨੇ। ਆਪਾਂ ਨੇਤਰ ਬੰਦ ਕਰਦੇ ਹਾਂ, ਸਾਡੇ ਅੱਗੇ ਕਈ ਵਾਰ ਬੱਚੇ ਜਾਂ ਪਰਿਵਾਰ ਦਾ ਕੋਈ ਮੈਂਬਰ ਉਹ ਆਉਂਦੇ ਸੁਰਤੀ 'ਚ ਆਪਣੇ ਧਿਆਨ ਵਿੱਚ। ਇਸੇ ਤਰ੍ਹਾਂ ਜਿਸ ਚੀਜ਼ ਨੂੰ ਆਪਾਂ ਜ਼ਿਆਦਾ ਦੇਰ ਪਰਪੱਕ ਕਰ ਲੈਂਦੇ ਹਾਂ, ਸਾਡੀ ਸੁਰਤੀ ਉਹਨੂੰ ਕੈਚ ਕਰ ਲੈਂਦੀ ਹੈ, ਤੇ ਫਿਰ ਸਾਨੂੰ ਉਹ ਬਾਰ-ਬਾਰ ਉਹ ਸੁਣਨ 'ਚ ਜਾ ਕੇ ਵੀ ਉਹ ਚੀਜ਼ ਰਿਪੀਟ ਹੋਏਗੀ। ਜਦੋਂ ਆਪਾਂ ਸਾਰਾ ਦਿਨ ਜਿਸ ਗੱਲ ਤੇ ਜ਼ਿਆਦਾ ਫੁਰਨੇ ਲਏ ਹੁੰਦੇ ਨੇ, ਜਦੋਂ ਆਪਾਂ ਰਾਤ ਨੂੰ ਸੌਂ ਜਾਂਦੇ ਹਾਂ, ਮਨ ਵਿਚਾਰਾ ਰਹਿਤ ਨਹੀਂ ਕੀਤਾ ਹੁੰਦਾ, ਤੇ ਰਾਤ ਨੂੰ ਵੀ ਸਾਡੀ ਸੁਰਤੀ ਉਸੇ ਤਰ੍ਹਾਂ ਉਸੇ ਚੀਜ਼ਾਂ 'ਚ ਘੁੰਮਦੀ ਹੁੰਦੀ ਹੈ। ਜੋ ਦਿਨੇ ਆਪਾਂ ਕੀਤਾ ਉਹੀ ਸਾਨੂੰ ਰਾਤ ਨੂੰ ਸੁਪਨਿਆਂ ਵਿੱਚ ਵੀ ਕਈ ਵਾਰ ਸਾਨੂੰ ਦੇਖਣ ਨੂੰ ਮਿਲਦਾ ਹੈ। ਸਾਨੂੰ ਪਤਾ ਲੱਗਦਾ ਹੈ ਕਿ ਅੱਜ ਸੁਪਨੇ ਵਿੱਚ ਵੀ ਇਹੀ ਦਿਖਾਈ ਦਿੱਤਾ ਸਾਨੂੰ। ਇਸੇ ਤਰ੍ਹਾਂ ਸਾਰਾ ਖੇਡ ਸੁਰਤੀ ਦਾ ਹੈ। ਹੁਣ ਇਸੇ ਲਈ ਆਪਾਂ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਿਉਂ ਕਰਨਾ ਹੁੰਦਾ ਵੱਧ ਤੋਂ ਵੱਧ, ਤਾਂ ਕਿ ਸਾਡਾ ਮਨ ਫੁਰਨਿਆਂ ਰਹਿਤ ਹੋਵੇ। ਪਹਿਲਾਂ ਫੁਰਨਿਆਂ ਰਹਿਤ ਹੋਏਗਾ ਤੇ ਅਗਲਾ ਜਿਹੜਾ ਸੁਣਨ ਦਾ ਖੇਡ ਹੈ, ਅੱਗੋਂ ਨਾਮ ਨੂੰ ਪਕੜਨਾ ਹੁੰਦਾ। ਜਿਹੜਾ ਆਪਾਂ ਪਾਠ ਕਰਦੇ ਹਾਂ, ਨਿਤਨੇਮ ਕਰਦੇ ਹਾਂ, ਇਹ ਸਾਡਾ ਜ਼ਰੀਆ ਹੈ ਸੁਣਨ 'ਚ ਜਾਣ ਦਾ। ਸਾਨੂੰ ਇਹਦੇ ਵਿੱਚ ਨਿਤਨੇਮ ਦੇ ਵਿੱਚ ਗੁਰੂ ਸਾਹਿਬ ਨੇ ਤਰੀਕਾ ਦੱਸਿਆ ਹੋਇਆ। ਗੁਰੂ ਸਾਹਿਬ ਦੱਸ ਰਹੇ ਨੇ, ਸ਼ਬਦਾਂ ਮਾਹੇ ਵਖਾਣੀਐ ਵਿਰਲਾ ਤਾਂ ਬੂਝੈ ਕੋਇ। ਇਹਨਾਂ ਸ਼ਬਦਾਂ ਨੂੰ ਪੜ੍ਹ ਕੇ, ਗੁਰਬਾਣੀ ਨੂੰ ਪੜ੍ਹ ਕੇ ਸਾਨੂੰ ਉਸ ਅਸਲ ਸ਼ਬਦ ਦਾ ਭੇਦ ਆਏਗਾ, ਜਿਹੜਾ ਅਨਹਦ ਸ਼ਬਦ ਹੈ। ਜਦੋਂ ਆਪਾਂ ਪਾਠ ਕਰ ਰਹੇ ਹੁੰਦੇ, ਉਦੋਂ ਸਾਡਾ ਫਿਰ ਵੀ ਮਨ ਵਿਚਾਰਨ ਤੇ ਲੱਗਦਾ ਏ, ਖੋਜੀ ਬਣ ਕੇ ਗੁਰਬਾਣੀ ਨੂੰ ਪੜ੍ਹਦਾ ਇੱਕ ਇੱਕ ਪੰਕਤੀ ਨੂੰ।
ਪਰ ਜਦੋਂ ਆਪਾਂ ਸਿਮਰਨ ਕਰਦੇ ਹਾਂ ਉਦੋਂ ਸਾਡਾ ਮਨ ਫੁਰਨਿਆ ਰਹਿਤ ਹੁੰਦਾ ਹੈ, ਉਦੋਂ ਗੁਰਬਾਣੀ ਨੂੰ ਖੋਜਦਾ ਨਹੀਂ, ਉਦੋਂ ਗੁਰਬਾਣੀ ਦੀ ਕਮਾਈ ਕਰ ਰਿਹਾ ਜੋ ਸਾਨੂੰ ਗੁਰਬਾਣੀ ਗੁਰੂ ਕਹਿ ਰਹੇ ਨੇ। ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖੇ ਗਏ ਨੇ ਉਹ ਸਾਡੇ ਭਗਤਾਂ, ਸਾਡੇ ਗੁਰੂ ਸਾਹਿਬਾਨਾਂ ਦਾ ਪ੍ਰੈਕਟੀਕਲ ਜੀਵਨ ਲਿਖਿਆ ਹੋਇਆ, ਜਿਸ ਨੂੰ ਪੜ੍ਹ ਕੇ ਉਸ ਮੁਤਾਬਿਕ ਆਪਾਂ ਆਪਣਾ ਵੀ ਜੀਵਨ ਬਣਾ ਕੇ ਤੇ ਮਾਲਕ ਨੂੰ ਨਾਮ ਦੇ ਜ਼ਰੀਏ ਮਿਲ ਸਕਦੇ ਹਾਂ। ਸਿਮਰਨ ਕਰਨਾ ਕਿਉਂ ਜ਼ਰੂਰੀ ਹੈ? ਕਿਉਂਕਿ ਸਿਮਰਨ ਕਰਕੇ ਸਾਡਾ ਮਨ ਫੁਰਨਿਆ ਰਹਿਤ ਹੁੰਦਾ ਹੈ। ਗੁਰਬਾਣੀ ਗੁਰੂ ਨੂੰ ਆਪਾਂ ਕਿਉਂ ਪੜ੍ਹਦੇ ਹਾਂ? ਗੁਰਬਾਣੀ ਗੁਰੂ ਨੂੰ ਪੜ੍ਹ ਕੇ ਉਹਨਾਂ ਦੀ ਗੱਲ ਮੰਨਣੀ ਹੈ ਪਿਤਾ ਦੀ। ਗੁਰਬਾਣੀ ਸਾਨੂੰ ਇਹੀ ਸਿਖਾ ਰਹੀ ਹੈ ਕਿ ਤੁਸੀਂ ਥਿਰ ਘਰ ਵਿੱਚ ਜਾਓ, ਜਿੱਥੇ ਜਾ ਕੇ ਤੁਹਾਡਾ ਮਨ ਦਾ ਅਸਲ ਘਰ ਹੈ, ਅਸਲ ਟਿਕਾਣਾ ਹੈ। ਪੜ੍ਹਨਾ ਹੈ ਗੁਰਬਾਣੀ ਗੁਰੂ ਨੂੰ, ਨਿਤਨੇਮ ਵੀ ਕਰਨਾ ਹੈ, ਸਹਿਜ ਪਾਠ ਵੀ ਕਰਨਾ ਹੈ, ਪਰ ਜਦੋਂ ਆਪਾਂ ਸਿਮਰਨ ਕਰਨਾ ਹੈ ਉਹ ਅੱਗੋਂ ਸੁਣਨ 'ਚ ਜਾਣ ਵਾਸਤੇ ਕਰਨਾ ਹੈ। ਤੁਹਾਡੀ ਸੁਰਤੀ ਨੇ ਪੂਰੀ ਤਰ੍ਹਾਂ ਇਕਾਗਰ ਹੋ ਕੇ ਚੌਪਈ ਸਾਹਿਬ ਦੇ ਪਾਠ ਤੁਹਾਡੇ ਅੰਦਰ ਵਸ ਗਏ ਹੋਏ ਨੇ, ਫਿਰ ਉਹ ਸੁਰਤੀ 'ਚ ਚੱਲਦੇ ਹੀ ਚੱਲਦੇ ਨੇ। ਪਰ ਜੋ ਅਸਲ ਸ਼ਬਦ ਹੈ ਸਾਡੇ ਅੰਦਰ ਅਨਹਦ ਨਾਦ ਚੱਲਣਾ ਚਾਹੀਦਾ ਹੈ, ਅਨਹਦ ਸ਼ਬਦ ਜਿਸ ਨੇ ਸਾਨੂੰ ਅੱਗੇ ਲੈ ਕੇ ਜਾਣਾ ਹੈ। ਉਹ ਅੱਖਰਾਂ ਵਿੱਚ ਨਹੀਂ ਹੁੰਦਾ, ਉਹਨੂੰ ਲਿਖਿਆ ਨਹੀਂ ਜਾ ਸਕਦਾ। ਜੇ ਤੁਹਾਨੂੰ ਇੱਕ ਕੰਨ ਵਿੱਚ ਵਾਹਿਗੁਰੂ ਸ਼ਬਦ ਸੁਣਦਾ ਤੇ ਉਹ ਵਾਹਿਗੁਰੂ ਸ਼ਬਦ ਨੂੰ ਤਾਂ ਆਪਾਂ ਲਿਖ ਸਕਦੇ ਹਾਂ, ਵਾਵੇ ਨੂੰ ਕੰਨਾ, ਹਾਹੇ ਨੂੰ ਸਿਹਾਰੀ, ਕਾਪੀ ਦੇ ਉੱਪਰ ਪੈਨ ਦੇ ਨਾਲ ਲਿਖਿਆ ਜਾ ਸਕਦਾ ਹੈ ਨਾ ਉਸ ਸ਼ਬਦ ਨੂੰ। ਉਹ ਅੱਖਰੀ ਸ਼ਬਦ ਹੈ ਸਾਡੇ ਲਈ, ਜਿਸ ਦਾ ਜਾਪ ਕਰ ਕਰਕੇ ਆਪਾਂ ਅਨਹਦ ਸ਼ਬਦਾਂ ਤੱਕ ਪਹੁੰਚਣਾ ਹੁੰਦਾ। ਗੁਰਬਾਣੀ ਗੁਰੂ 'ਚ ਭੇਦ ਦਿੱਤਾ ਹੋਇਆ ਕਿ ਤੁਸੀਂ ਉੱਥੇ ਤੱਕ ਅਨਹਦ ਸ਼ਬਦਾਂ ਤੱਕ ਕਿਵੇਂ ਪਹੁੰਚ ਸਕਦੇ ਹੋ। ਜਪਜੀ ਸਾਹਿਬ ਜੀ ਦੀ ਬਾਣੀ 'ਚ ਆਪਾਂ ਪੜ੍ਹਦੇ ਹਾਂ, ਅਸਲ ਨਾਮ ਦੀ ਪਹਿਚਾਣ ਕਰਵਾਈ ਗਈ ਹੈ ਕਿ ਜੋ ਤੁਹਾਡੇ ਅੰਦਰ ਧੁਨਾਕਾਰ ਅਨਹਦ ਸ਼ਬਦਾਂ ਦੇ ਰੂਪ ਵਿੱਚ ਨਾਮ ਚੱਲਦਾ ਹੈ, ਉਹਦੀ ਨਿਸ਼ਾਨੀ ਕੀ ਹੈ? ਉਹਨੂੰ ਕਾਗਜ਼ ਦੇ ਉੱਪਰ ਕਲਮ ਨਾਲ ਲਿਖਿਆ ਨਹੀਂ ਜਾ ਸਕਦਾ, ਉਹ ਲਿਖਣ ਤੇ ਪੜ੍ਹਨ ਵਿੱਚ ਆਉਂਦਾ ਹੀ ਨਹੀਂ ਨਾਮ। ਉਹ ਅਸਲ ਨਾਮ ਸਿਰਫ ਸੁਣ ਸਕਦੇ ਹਾਂ ਆਪਾਂ, ਤੇ ਉਸ ਅਨਹਦ ਸ਼ਬਦ ਨੂੰ ਸੁਣਦੇ ਸੁਣਦੇ ਸਾਡੀ ਸੁਰਤੀ ਨੇ ਸੁਣਨ 'ਚ ਜਾਣਾ ਹੁੰਦਾ। ਉੱਥੇ ਫਿਰ ਗੁਰਬਾਣੀ ਵੀ ਥੱਲੇ ਰਹਿ ਗਈ, ਅੱਖਰੀ ਸ਼ਬਦ ਵੀ ਥੱਲੇ ਰਹਿ ਗਿਆ। ਜਿਵੇਂ ਆਪਾਂ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਸਿਰਫ ਮਨ ਦੀ ਇਕਾਗਰਤਾ ਲਈ ਕਰਦੇ ਹਾਂ। ਹੁਣ ਤੁਹਾਡੀ ਸੁਰਤੀ ਨੇ ਉਸ ਬਾਣੀ ਨੂੰ ਕੈਚ ਕਰ ਲਿਆ ਹੋਇਆ, ਤੇ ਜਿਵੇਂ ਜਿਵੇਂ ਤੁਸੀਂ ਸਿਮਰਨ ਕਰਕੇ ਫੁਰਨਿਆ ਰਹਿਤ ਹੋ ਕੇ ਸੁਣਨ 'ਚ ਜਾਓਗੇ, ਫਿਰ ਉੱਥੇ ਜਾ ਕੇ ਤੁਹਾਡਾ ਅਨਹਦ ਸ਼ਬਦ, ਤੁਹਾਡੇ ਅੰਦਰ ਨਾਮ ਪ੍ਰਗਟ ਹੋਣਾ ਬਹੁਤ ਜ਼ਰੂਰੀ ਹੈ। ਨਾਮ ਦੇ ਵਿੱਚ ਸਮਾ ਕੇ ਫਿਰ ਅਗਲਾ ਰਸਤਾ ਖੁੱਲੇਗਾ, ਜਿਹੜਾ ਆਪਣੇ ਘਰ ਨੂੰ ਜਾਂਦਾ, ਥਿਰ ਘਰ ਨੂੰ, ਦਸਮ ਦੁਆਰ ਨੂੰ। ਗੁਰਬਾਣੀ ਗੁਰੂ ਦਾ ਪਾਠ ਕਰਨਾ ਹੈ, ਪਰ ਸੁਰਤੀ ਵਿੱਚ ਸਾਡੇ ਉਹ ਤੁਹਾਡੇ ਵਸ ਗਈ ਹੈ, ਉਹਨੂੰ ਹੌਲੀ ਹੌਲੀ ਸਿਮਰਨ ਕਰਕੇ ਅੱਗੇ ਤੁਸੀਂ ਸੁਣਨ 'ਚ ਜਾਓ ਔਰ ਅਨਹਦ ਸ਼ਬਦਾਂ ਨੂੰ ਪਕੜੋ। ਅੱਖਰੀ ਸ਼ਬਦ ਉਦੋਂ ਥੱਲੇ ਰਹਿ ਜਾਣਾ, ਜਿਹੜਾ ਲਿਖਣ ਤੇ ਪੜ੍ਹਨ ਵਿੱਚ ਨਹੀਂ ਆਉਂਦਾ, ਉਸ ਸ਼ਬਦ ਦੀ ਕਮਾਈ ਕਰਨੀ ਆਪਾਂ ਵੱਧ ਤੋਂ ਵੱਧ। ਇੱਥੇ ਆਪਣੀ ਮੱਤ ਨਹੀਂ ਵਰਤਣੀ, ਇੱਥੇ ਗੁਰੂ ਦੀ ਮੱਤ ਅਨੁਸਾਰ ਜਦੋਂ ਭਗਤੀ ਕਰਾਂਗੇ ਤੇ ਸਾਡੇ ਅਗਲੇ ਰਸਤੇ ਖੁੱਲਣਗੇ, ਜਿਹੜੇ ਆਪਣੇ ਘਰ ਨੂੰ ਜਾਂਦੇ ਨੇ ਸੱਚੇ